ਤੁਹਾਡੇ ਤੇ ਆਰੋਪ ਲੱਗ ਰਿਹਾ ਹੈ कि इंडस्ट्रीयल रॉ मटीरियल लगातार ਵਧਦੇ ਜਾ ਰਹੇ ਹੈ और ਜਿਹੜਾ कि 50 रुपए तो लैके शायद 100 रुपए पाइप हो गया स्टील साइकिल ਦਾ पर ਅੱਜ ਤੁਸੀਂ ਲੋਕਾਂ ਨੇ ਆਵਾਜ਼ ਚੱਕਣੀ ਬੰਦ ਕਰ ਦਿੱਤੀ ਹੈ क्यों कि लुट्टो और कुट्टो छोटी इंडस्ट्री ਨੂੰ ਤੇ ਅਸੀਂ ਇਹਦੇ ਨਾਲ ਕਿੰਨੀ ਦੇਰ ਤੱਕ ਸਹਿਣ ਕਰਾਂਗੇ ਜੇਕਰ ਛੋਟੀ ਇੰਡਸਟਰੀ ਸੜਕਾਂ ਦੇ ਉੱਤੇ ਆ ਗਈ ਤਾਂ ਜਿਹੜੀ ਇਹ ਸਟੀਲ ਕੰਪਨੀਆਂ ਵਾ ਇਹਨਾਂ ਦਾ ਮਾਲ ਵਿਕਣਾ ਬੰਦ ਹੋ ਜਾਊਗਾ ਔਰ ਇਹ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕੇਂਦਰ ਸਰਕਾਰ ਦੀ ਔਰ ਸਟੀਲ ਕੰਪਨੀਆਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਉਹ ਰॉ ਮਟੀਰੀਅਲ ਇੰਡੀਆ 'ਚ ਬਣਦਾ ਪਰ ਪਤਾ ਨਹੀਂ ਇੰਡੀਅਨ ਇੰਡਸਟਰੀ ਨੂੰ ਅੱਖੋਂ ਭਰੋਖੇ ਕਰਕੇ ਕਾਰਟਲਾਈਜੇਸ਼ਨ ਕਰਕੇ ਸਿਰਫ ਇੱਕੋ ਚੀਜ਼ ਦਾ ਮੰਤਵ ਕੀਤਾ ਜਾ ਰਿਹਾ ਕਿ ਇੰਡਸਟਰੀ ਦੇ ਵਿੱਚ ਇਹਨਾਂ ਪ੍ਰਾਈਸਿਸ ਨੂੰ ਕਿਵੇਂ ਵਧਾ ਕੇ ਜਿਹੜੀ ਛੋਟੀ ਇੰਡਸਟਰੀ ਆ ਉਹਨੂੰ ਕਿਵੇਂ ਲੁੱਟਿਆ ਜਾ ਸਕੇ ਉਦੋਂ ਜਦੋਂ ਤੁਸੀਂ ਲੋਕੀ ਆਵਾਜ਼ ਚੱਕਦੇ ਸੀ ਧਰਨੇ ਲਾਉਂਦੇ ਸੀ ਬੰਦ ਕਰ ਦਿੰਦੇ ਸੀ ਤੇ ਉਦੋਂ ਤੁਹਾਡੀ ਇਹ ਗੱਲਾਂ 2 ਮਿੰਟ ਤੋਂ ਪਹਿਲਾਂ ਸਰਕਾਰਾਂ ਝੁਕ ਜਾਂਦੀਆਂ ਸੀ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਵਾ ਜਿਹੜਾ ਕਿ ਬਹੁਤ ਵੱਡਾ ਵਾ ਕੇਂਦਰ ਸਰਕਾਰ ਦੇ ਤਾਂ ਉਸ ਅੰਦੋਲਨ ਦੀ ਜੂੰ ਤੇ ਨਹੀਂ ਸਰਕ ਰਹੀ ਹੈਗੀ ਇੰਡਸਟਰੀ ਦਾ ਕੋਈ ਬਾਲੀ ਬਾਰਸ ਨਹੀਂ ਰਿਹਾ ਨਾ ਕੇਂਦਰ ਸਰਕਾਰ ਨਾ ਜਿਹੜੀ ਸਾਡੀ ਸੂਬਾ ਸਰਕਾਰ 1947 ਤੋਂ ਲੈ ਕੇ ਅਗਰ 2021 ਲਾਈਏ 72-73 ਸਾਲ ਹੋ ਗਏ ਆ ਇੰਡਸਟਰੀ ਨੇ ਸਰਕਾਰਾਂ ਨੂੰ ਦਿੱਤਾ ਵਾ ਬੰਦ ਟਾਈਮ ਦੇ ਵੀ ਫਿਕਸ ਚਾਰजेस ਬਿਜਲੀ ਦੇ ਲਏ ਗਏ ਤੇ ਤਾਂ ਕਿ ਇੰਡਸਟਰੀ ਦਾ ਜਿਹੜਾ ਸਰਵਾਈਵਲ ਆ ਉਹ ਖਤਮ ਹੋ ਜਾਵੇ ਤੇ ਜਿਹੜੀ ਇੰਡਸਟਰੀ ਆ ਡਾਇਨਾਸੌਰ ਵਾਂਗੂ ਅਲੋਪ ਹੋ ਜਾਵੇ मतलब अलग-अलग डेजिग्नेशन भी ਦਿੱਤੇ ਗਏ ਅੱਜ ਤੁਸੀਂ ਉਹ ਰਿਪਰੈਜ਼ੈਂਟੇਸ਼ਨਾਂ ਹੀ ਕਰਨੀਆਂ ਭੁੱਲ ਗਏ ਜਾਂ ਤੁਸੀਂ ਕਰਦੇ ਨਹੀਂ ਪਏ ਕੀ ਰੀਜ਼ਨ ਹੈ ਇੰਨੀ ਦੇਰ ਅਸੀਂ ਆਪਣੀ ਜੇਬਾਂ ਤੋਂ ਪਾ ਕੇ ਇੰਡਸਟਰੀ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਐਂਡ ਆਫ ਦੀ ਡੇ ਸਾਡੇ ਨਾਲ ਕੀ ਹੋਊਗਾ ਸਾਡੀਆਂ ਵਜੂਦ ਖਤਮ ਹੋ ਜਾਏਗਾ ਵਾਈਪ ਅਪ ਹੋ ਜਾਏਗੀ ਇੰਡਸਟਰੀ ਸਾਰੀ ਕਾਰਾਂ ਤਾਨਾਸ਼ਾਹੀ ਹੋ ਚੁੱਕੀਆਂ ਹੈ ਬਿਲਕੁਲ ਇੰਡਸਟਰੀ ਤੇ ਟ੍ਰੇਡ ਦੀ ਆਵਾਜ਼ ਹੀ ਨਹੀਂ ਸੁਣ ਰਹੀ ਸਾਨੂੰ ਮੋਨੀਟੋਰੀਅਮ ਨਹੀਂ ਚਾਹੀਦਾ ਸਾਨੂੰ ਵੇਵ ਆਫ ਦੀ ਇੰਟਰਸਟ ਚਾਹੀਦਾ ਇਹਦਾ ਕੀ ਮਤਲਬ ਹੋਇਆ ਕਿ ਸਾਨੂੰ ਤੁਸੀਂ ਅੱਜ ਨਾ ਲਿੱਤਾ 4 ਮਹੀਨੇ ਬਾਅਦ 6 ਮਹੀਨਿਆਂ ਬਾਅਦ ਦੁਬਾਰਾ ਫਿਰ ਇੰਟਰਸਟ ਲੈ ਲਿਆ ਸੋ ਤੁਹਾਡਾ ਤਾਂ ਫਿੱਕੋ ਆਇਆ ਐਮਐਸਐਮਈ ਆਫ ਇੰਡੀਆ ਤੁਹਾਡਾ ਤਾਂ ਨੇਤਰਵਤ ਸੈਂਟਰ 'ਚ ਵੀ ਹੈਗਾ ਤੇ ਜਿਹੜੀ ਸਾਈਕਲ ਇੰਡਸਟਰੀ ਆ ਉਹਨੂੰ ਨੈਗਲੈਕਟਡ ਇੰਡਸਟਰੀ ਦੇ ਵਿੱਚ ਰੱਖਿਆ ਹੋਇਆ ਜਦ ਕਿ ਸਾਈਕਲ ਇੰਡਸਟਰੀ ਨੂੰ ਪ੍ਰਾਇੋਰਟੀ ਸੈਕਟਰ ਦੇ ਵਿੱਚ ਰੱਖਣਾ ਚਾਹੀਦਾ ਚਾਈਨਾ ਜਾਪਾਨ ਤਾਈਵਾਨ ਵੀਅਤਨਾਮ ਜਿਹੜੇ ਅਪਰੋਕਸੀਮੇਟਲੀ 50,000 ਤੋਂ ਲੈ ਕੇ 30 ਲੱਖ ਤੱਕ ਦਾ ਸਾਈਕਲ ਬਣਾਉਂਦੇ ਆ ਕਿੰਨੀ ਵੈਲਿਊ ਐਡੀਸ਼ਨ ਹੋਊਗੀ ਮਰਸੀਡੀਜ਼ ਕੰਪਨੀ ਸਾਡੀ ਸੋਚ ਹੀ ਉੱਥੇ ਤੱਕ ਨਹੀਂ ਜਾਂਦੀ ਸਾਡੀ ਸੋਚ ਹਜੇ ਤੱਕ ਸਾਡੇ ਕੋਲ ਟੈਕਨੋਲੋਜੀ ਹੀ ਨਹੀਂ ਮਟੀਰੀਅਲ ਆਇਰਨ ਓਰ ਦੀ ਇੱਥੇ ਕਮੀ ਹੈ ਨਹੀਂ ਆਇਰਨ ਓਰ ਇੱਥੇ ਦਾ ਹੀ ਹੈਗਾ ਐਕਸਪੋਰਟ ਕਰ ਰਹੇ ਆ ਅੱਜ ਇਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ ਦਿਖ ਰਹੀ ਆ ਜਦੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਘਟ ਜਾਂਦਾ ਵਾ ਤਾਂ ਇਹਨਾਂ ਨੂੰ ਡੋਮੈਸਟਿਕ ਮਾਰਕੀਟ ਦਿਖਣ ਲੱਗ ਜਾਂਦੀ ਆ ਐਸਆਰ ਦੀ ਗੱਲ ਕਰੀਏ ਚਾਹੇ ਸਟੀਲ ਅਥਾਰਟੀ ਆਫ ਇੰਡੀਆ ਦੀ ਗੱਲ ਕਰੀਏ ਚਾਹੇ ਟਾਟਾ ਸਟੀਲ ਦੀ ਗੱਲ ਕਰੀਏ ਅੱਜ ਦੇਖੋ 3 ਦਿਨ ਪਹਿਲਾਂ ਨਿਊਜ਼ਪੇਪਰ ਦੇ ਵਿੱਚ ਆਇਆ 49,000 ਕਰੋੜ ਰੁਪਈਆ ਇਹਨਾਂ ਨੇ ਆਪਣਾ ਡੈਟ ਵਾਪਸ ਕਰਤਾ ਬੈਂਕਾਂ ਨੂੰ ਅਸੀਂ ਜਦੋਂ ਰਿਪਰੈਜ਼ੈਂਟੇਸ਼ਨ ਦਿੱਤੀ ਸਰਕਾਰ ਕੋਲ ਮਿਲੇ ਵੀ ਅਸੀਂ ਤੁਸੀਂ ਚਾਈਨਾ ਦੇ ਇੰਪੋਰਟ ਤੇ ਬੈਨ ਲਾਓ ਤੇ ਸਾਨੂੰ ਇਹ ਗੱਲ ਕਹੀ ਗਈ ਕਿ ਅਸੀਂ WTO ਦੇ ਅੰਡਰ ਆਉਂਦੇ ਆ ਇਸ ਲਈ ਅਸੀਂ ਬੈਨ ਨਹੀਂ ਲਾ ਸਕਦੇ ਇਹ ਓਪਨ ਮਾਰਕੀਟ ਹੈ ਜੇ ਉਹ ਓਪਨ ਮਾਰਕੀਟ ਹੈ ਤੇ ਫਿਰ ਸਟੀਲ ਵੀ ਤਾਂ ਓਪਨ ਮਾਰਕੀਟ ਹੈ ਤੁਸੀਂ ਇੰਪੋਰਟ ਆਫ ਸਟੀਲ ਨੂੰ ਖੋਲੋ जन हितैषी देख रहे दर्शकों का स्वागत है जन जन की बात जन हितैषी के साथ दोस्तों मैं संदीप शर्मा एक बार फिर तुहाडे नाल रूबरू हो रहे हैं तो अज का साडा जिहड़ा टॉपिक है वो है इंडस्ट्रीयल रॉ मटीरियल जी हाँ पंजाब दे विच जिहड़ी सब तो वड्डी इंडस्ट्री हैगी है जिहड़ी ऑल ओवर इंडिया नूं रिप्रजेंट करती है साइकिल इंडस्ट्री का रॉ मटीरियल है जी पाइप की कीमतां कोविड दे विच अज लगभग 5 रुपए की नवी इनक्रीज़ के नाल डबल हो चुका है जिहड़ा प्राइस पाइप कोविड के शुरुआती दौर ते 50 रुपए सीगा प्लस क्रेडिट ते अवेलेबल सीगा वो अज 100 रुपए ते पहुँच गया तो जिहड़ी चीज़ 90 दिन के क्रेडिट ते सी वो भी कैश ते आ गई सो ये सारे मामलों इंडस्ट्री ते ट्रेड ਦੇ ਲਈ ਜਿਹੜੇ MSME ਸੈਕਟਰ ਹੈਗਾ ਉਹਨਾਂ ਲਈ ਕੰਮ ਕਰਨਾ ਬਹੁਤ ਔਖਾ ਹੋ ਗਿਆ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਡੇ ਵਰਕਿੰਗ ਕੈਪੀਟਲ 3 ਗੁਣਾ ਵੱਧ ਗਏ ਹੈ ਪਰ ਸਰਕਾਰਾਂ ਵੱਲੋਂ ਕੋਈ ਜਿਹੜੀ ਰਾਹਤ ਤਾਂ ਕੀ ਮਿਲਣੀ ਹੈ ਉਹ ਤਾਂ ਨਹੀਂ ਮਿਲੀ प्लस अपने ਜਿਹੜੇ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਉਹਨਾਂ ਤੋਂ ਵੀ ਸ਼ਿਕਾਇਤਾਂ ਹੈ ਕਿ ਉਹ ਟ੍ਰੇਡ ਤੇ ਇੰਡਸਟਰੀ ਦੀ ਇਸ ਦੁੱਖ ਦੀ ਘੜੀ ਦੀ ਆਵਾਜ਼ ਸਰਕਾਰਾਂ ਤੱਕ ਨਹੀਂ ਪਹੁੰਚਾ ਰਹੇ ਤੇ ਜਾਣਦੇ ਆ ਇਸ ਮਾਮਲੇ 'ਚ ਪਹੁੰਚੇ ਹੈ ਫੀਕੋ ਪ੍ਰਧਾਨ प्लस ਜਿਹੜੇ ਰਾਜੀਵ ਜੈਨ ਜੀ ਹੈ ਇੰਡਸਟਰੀ ਦੇ तो इन्हां नाल गलबात करते हैं तो पूछते हैं कि सर सत श्री अकाल गुरमीत जी सत श्री अकाल जी
ਸਰ ਤੁਹਾਡੇ ਤੇ ਆਰੋਪ ਲੱਗ ਰਿਹਾ ਹੈ ਕਿ ਇੰਡਸਟਰੀਅਲ ਰॉ ਮਟੀਰੀਅਲ ਲਗਾਤਾਰ ਵੱਧਦੇ ਜਾ ਰਹੇ ਹੈ ਔਰ ਜਿਹੜਾ ਕਿ 50 ਰੁਪਏ ਤੋਂ ਲੈ ਕੇ ਸ਼ਾਇਦ 100 ਰੁਪਏ ਪਾਈਪ ਹੋ ਗਿਆ ਸਟੀਲ ਸਾਈਕਲ ਦਾ, ਪਰ ਅੱਜ ਤੁਸੀਂ ਲੋਕਾਂ ਨੇ ਆਵਾਜ਼ ਚੱਕਣੀ ਬੰਦ ਕਰ ਦਿੱਤੀ ਹੈ, ਕਿਉਂ? ਬਿਲਕੁਲ ਸੰਦੀਪ ਜੀ, ਮੈਂ ਇਸ ਗੱਲ ਦੇ ਨਾਲ ਤੁਹਾਡੇ ਐਗਰੀ ਨਹੀਂ ਹੈਗਾ ਕਿ ਆਵਾਜ਼ ਚੁੱਕਣੀ ਬੰਦ ਕਰਤੀ ਹੈ। ਤੁਸੀਂ ਇਹ ਦੇਖੋ, ਜਿਸ ਦਿਨ ਸਰਕਾਰ ਸਟੀਲ ਅਥਾਰਟੀ ਗੱਲ ਕਰਦੇ ਆ ਟਾਟਾ ਸਟੀਲ, ਜਿਸ ਦਿਨ ਪ੍ਰਾਈਸ ਵਧਾਉਂਦੀ ਆ ਅਸੀਂ ਉਸ ਨੂੰ ਸਟਰੋਂਗਲੀ ਅਪੋਜ਼ ਕਰਦੇ ਆ। ਔਰ ਇਹ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਕੇਂਦਰ ਸਰਕਾਰ ਦੀ ਔਰ ਸਟੀਲ ਕੰਪਨੀਆਂ ਦੀ ਮਿਲੀ ਭੁਗਤ ਨਾਲ ਹੋ ਰਿਹਾ। ਅੱਛਾ ਜੀ। ਉਹਦਾ ਕਾਰਨ ਇਹ ਹੈ ਕਿ ਹਰ ਮਹੀਨੇ ਪਹਿਲੀ ਤਰੀਕ ਨੂੰ ਨਵਾਂ ਫਰਮਾਨ ਜਾਰੀ ਹੋ ਜਾਂਦਾ ਕਿ ਅੱਜ ਮਟੀਰੀਅਲ 7 ਰੁਪਏ ਕਿਲੋ ਵੱਧ ਗਿਆ, ਅੱਜ 6 ਰੁਪਏ ਕਿਲੋ ਵੱਧ ਗਿਆ। ਹੁਣ ਅੱਜ ਦੀ ਗੱਲ ਕਰੀਏ ਕਿ ਕੱਲ ਪਹਿਲੀ ਤਰੀਕ ਨੂੰ ਅੱਜ 5 ਰੁਪਏ ਮਟੀਰੀਅਲ ਵੱਧ ਗਿਆ, ਜਦ ਕਿ ਭਾਰਤ ਦੇ ਵਿੱਚ ਸਫੀਸ਼ੀਐਂਟ ਆ ਆਇਰਨ ਔਰ। ਜਿਹੜਾ ਆਇਰਨ ਔਰ ਆ, ਜਿਹੜਾ ਕਿ ਰॉ ਮਟੀਰੀਅਲ ਆ ਸਟੀਲ ਦਾ, ਸੀਆਰ ਸਟ੍ਰਿਪ ਦਾ, ਸੀਆਰ ਪਾਈਪ ਦਾ, ਉਹ ਰॉ ਮਟੀਰੀਅਲ ਇੰਡੀਆ 'ਚ ਬਣਦਾ, ਪਰ ਪਤਾ ਨਹੀਂ ਇੰਡੀਅਨ ਇੰਡਸਟਰੀ ਨੂੰ ਅੱਖੋਂ ਭਰੋਕੇ ਕਰਕੇ, ਕਾਰਟਲਾਈਜੇਸ਼ਨ ਕਰਕੇ ਸਿਰਫ ਇੱਕੋ ਚੀਜ਼ ਦਾ ਮੰਤਵ ਕੀਤਾ ਜਾ ਰਿਹਾ ਕਿ ਇੰਡਸਟਰੀ ਦੇ ਵਿੱਚ ਇਹਨਾਂ ਪ੍ਰਾਈਸਿਸ ਨੂੰ ਕਿਵੇਂ ਵਧਾ ਕੇ ਜਿਹੜੀ ਛੋਟੀ ਇੰਡਸਟਰੀ ਆ ਉਹਨੂੰ ਕਿਵੇਂ ਲੁੱਟਿਆ ਜਾ ਸਕੇ। ਤੇ ਅਸੀਂ ਤਾਂ ਹਮੇਸ਼ਾ ਆਵਾਜ਼ ਬੁਲੰਦ ਕੀਤੀ ਹੋਈ ਆ ਔਰ ਬੁਲੰਦ ਕਰਾਂਗੇ ਔਰ ਕਰਦੇ ਰਵਾਂਗੇ, ਕਿਉਂਕਿ ਅਸੀਂ ਛੋਟੀ ਇੰਡਸਟਰੀ ਦੇ ਨਾਲ ਆ। ਜਿਹੜੀ ਛੋਟੀ ਇੰਡਸਟਰੀ ਆ, ਅਗਰ ਛੋਟੀ ਇੰਡਸਟਰੀ ਨਹੀਂ ਰਹੇਗੀ ਤਾਂ ਵੱਡੀ ਇੰਡਸਟਰੀ ਵੀ ਨਹੀਂ ਰਹੇਗੀ। ਪਰ ਗੁਰਮੀਤ ਜੀ, ਤੁਹਾਡੇ ਤੇ ਆਰੋਪ ਇੱਦਾਂ ਹੈ ਕਿ ਪਹਿਲਾਂ ਵੀ ਤੁਸੀਂ ਲੋਕੀ ਆਵਾਜ਼ ਚੱਕਦੇ ਸੀ ਇਹੀ ਸਟੀਲ ਦੇ ਰੇਟਾਂ, ਇਹ ਅੱਜ ਤੋਂ ਨਹੀਂ ਚੱਕਦੇ ਜਾ ਰਹੇ, ਤੁਸੀਂ ਮੇਰੇ ਖਿਆਲ 10-15 ਸਾਲਾਂ ਤੋਂ ਚੱਕਦੇ ਆ ਰਹੇ ਹੋ। ਉਦੋਂ ਜਦੋਂ ਤੁਸੀਂ ਲੋਕੀ ਆਵਾਜ਼ ਚੱਕਦੇ ਸੀ, ਧਰਨੇ ਲਾਉਂਦੇ ਸੀ, ਬੰਦ ਕਰ ਦਿੰਦੇ ਸੀ, ਤੇ ਉਦੋਂ ਤੁਹਾਡੀ ਇਹ ਗੱਲਾਂ 2 ਮਿੰਟ ਤੋਂ ਪਹਿਲਾਂ ਸਰਕਾਰਾਂ ਝੁਕ ਜਾਂਦੀਆਂ ਸੀ। ਅੱਜ ਉਹ ਸਰਕਾਰਾਂ ਕਿਉਂ ਨਹੀਂ ਝੁਕਦੀਆਂ? ਕਿਹੇ ਦੀ ਇਹ ਜੇ ਤੁਹਾਨੂੰ ਕਿਉਂ ਲੋਕਾਂ ਦੇ ਵਿੱਚ ਤੁਹਾਡੇ ਜਿਹੜੇ ਅਹੁਦੇ ਆ ਉਹਨਾਂ ਤੇ ਕੁਐਸਚਨ ਮਾਰਕ ਲੱਗ ਰਿਹਾ ਹੈ? ਮੈਂ ਇਸ ਗੱਲ ਦੇ ਵਿੱਚ ਗੱਲ ਕਰਦਾ ਕਿ ਸਾਡੀ ਜਿਹੜੀ ਇੰਡਸਟਰੀ ਸੈਕਟਰ ਆ ਇਹ ਤਾਂ ਤਕਰੀਬਨ 12 ਤੋਂ 14% ਆ। ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਵਾ, ਜਿਹੜਾ ਕਿ ਬਹੁਤ ਵੱਡਾ ਵਾ, ਕੇਂਦਰ ਸਰਕਾਰ ਦੇ ਤਾਂ ਉਸ ਅੰਦੋਲਨ ਦੀ ਜੂੰ ਤੇ ਨਹੀਂ ਸਰਕ ਰਹੀ ਹੈਗੀ। ਜਿਹੜੀ ਸਰਕਾਰ ਬਿਲਕੁਲ ਨਿਗਲੈਕਟਡ ਕੀਤਾ ਪਿਆ ਇੰਡਸਟਰੀ ਨੂੰ। ਤੇ ਅੱਜ ਕੱਲਾ ਸਟੀਲ ਦੀ ਗੱਲ ਨਾ ਕਰੀਏ, ਅੱਜ ਨਿਕਲ ਜਿਹਦਾ ਪ੍ਰਾਈਸ 800 ਰੁਪਏ ਸੀ 1400 ਰੁਪਈਆ ਹੋਇਆ ਪਿਆ। ਕਾਪਰ, ਨੌਨ ਫੈਰਸ ਮੈਟਲਸ ਜਿੰਨੇ ਹੈਗੇ ਆ, ਬਰਾਸ, ਸਭ ਦੀਆਂ ਬੇਹਤਾਸ਼ਾ ਜਿਹੜੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਨੇ ਕਿ ਆਉਣ ਵਾਲਾ ਸਮਾਂ ਲੱਗਦਾ ਵਾ ਕਿ ਕੁਝ ਸਮੇਂ ਬਾਅਦ ਜੋ ਇਸ ਤਰ੍ਹਾਂ ਦੇ ਹਾਲਾਤ ਚੱਲਦੇ ਆ ਰਹੇ ਆ, ਜਿਹੜੀ ਮਾਈਕਰੋ ਇੰਡਸਟਰੀ ਅਤੇ ਸਮਾਲ ਇੰਡਸਟਰੀ ਇਹ ਕਿਤੇ ਨਜ਼ਰ ਨਹੀਂ ਆਏਗੀ, ਕਿਉਂਕਿ ਮਾਈਕਰੋ ਤੇ ਜਿਹੜੀ ਸਮਾਲ ਇੰਡਸਟਰੀ ਸੀ ਇਹ ਸਾਡੀ ਦੇਸ਼ ਦੀ ਜਿੱਥੇ ਇੰਪਲੋਇਮੈਂਟ ਜਨਰੇਸ਼ਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਸੀ, ਉਹਦੇ ਨਾਲ ਨਾਲ ਇਹ ਇੰਡਸਟਰੀ ਪ੍ਰਾਈਸ ਕੰਟਰੋਲ ਜਿਹੜਾ ਪ੍ਰੋਡਕਟ ਦਾ ਸੀਗਾ ਉਹਦੇ ਉੱਤੇ ਵੀ ਆਪਣਾ ਬਹੁਤ ਵੱਡਾ ਰੋਲ ਅਦਾ ਕਰਦੀ ਸੀ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਾਈਕਲ ਬਣਾਉਣ ਵਾਲਾ ਦੇਸ਼ ਹੈ ਔਰ 95% ਸਾਈਕਲ ਤੇ ਸਾਈਕਲ ਪਾਰਟਸ ਇਸ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ ਬਣਦੇ ਆ। ਉਹਦਾ ਕਾਰਨ ਸੀ ਇੱਕ ਦਾ ਰॉ ਮਟੀਰੀਅਲ, ਦੂਸਰਾ ਜਦੋਂ ਉਹਦੀ ਸਕ੍ਰੈਪ ਬਣਦੀ ਸੀ ਤਾਂ ਉਹ ਦੂਸਰੇ ਦਾ ਰॉ ਮਟੀਰੀਅਲ ਬਣ ਜਾਂਦਾ ਸੀ। ਤੇ ਜੇਕਰ ਉਹ ਰॉ ਮਟੀਰੀਅਲ 50 ਰੁਪਏ ਦੇ ਵਿੱਚ ਮਿਲਦਾ ਸੀ ਤਾਂ ਜਿਹੜਾ ਸਕ੍ਰੈਪ ਯੂਜ਼ਡ ਰॉ ਮਟੀਰੀਅਲ ਆ ਉਹ ਅੱਧੋ ਅੱਧ ਪ੍ਰਾਈਸ ਤੇ ਮਿਲ ਜਾਂਦਾ ਸੀ। ਤੇ ਇਹ ਪਰ ਅਸੀਂ ਇਸ 1 ਸਾਲ ਤੋਂ ਹੈਰਾਨ ਆ ਕਿ ਕੋਵਿਡ ਦੇ ਟਾਈਮ ਦੇ ਵਿੱਚ ਜਦੋਂ ਸਰਕਾਰਾਂ ਨੂੰ ਇੰਡਸਟਰੀ ਨੂੰ ਰਿਲੀਫ ਦੇਣ ਦੀ ਲੋੜ ਸੀ, ਉਦੋਂ ਸਰਕਾਰਾਂ ਨੇ ਇੰਡਸਟਰੀ ਨੂੰ ਬੁਰੀ ਤਰ੍ਹਾਂ ਲੁੱਟਿਆ ਔਰ ਕੁੱਟਿਆ। ਇੰਡਸਟਰੀ ਦਾ ਉਹ ਹਾਲ ਕਰਤਾ ਕਿ ਇੰਡਸਟਰੀ ਇਸ ਵੇਲੇ ਬਿਲਕੁਲ ਪਿਸ ਰਹੀ ਆ। ਇੰਡਸਟਰੀ ਦਾ ਕੋਈ ਬਾਲੀ ਬਾਰਸ ਨਹੀਂ ਰਿਹਾ, ਨਾ ਕੇਂਦਰ ਸਰਕਾਰ ਨਾ ਜਿਹੜੀ ਸਾਡੀ ਸੂਬਾ ਸਰਕਾਰ। ਦੋਨੋਂ ਸਰਕਾਰਾਂ ਨੇ ਜਿਹੜੀ ਇੰਡਸਟਰੀ ਨੂੰ ਇੱਕ ਆਪਣਾ ਟੂਲ ਬਣਾ ਲਿਆ ਲੁੱਟਣ ਦਾ ਕਿ ਜਦ ਕੋਈ ਚੀਜ਼ ਲਾਉਣੀ ਆ ਤਾਂ ਇੰਡਸਟਰੀ ਦੇ ਉੱਤੇ ਲਾ ਦਿਓ, ਜਦ ਫਿਕਸ ਚਾਰजेस ਵਧਾਉਣੇ ਆ ਘਰਾਂ ਦੇ ਭਾਵੇਂ ਮਾਫ ਕਰ ਦਿਓ ਪਰ ਇੰਡਸਟਰੀ ਦੇ ਉੱਤੇ ਲਾ ਦਿਓ। ਇੰਡਸਟਰੀ ਜਿਹੜੇ ਲੋਕ ਅੱਜ ਤੱਕ ਸਰਕਾਰਾਂ ਨੂੰ ਰੈਵਨਿਊ ਦਿੱਤਾ ਹੀ ਆ, ਕਦੇ ਲਿੱਤਾ ਨਹੀਂ। ਜਦੋਂ ਦੀ ਇੰਡਸਟਰੀ ਸ਼ੁਰੂ ਹੋਈ ਆਜ਼ਾਦੀ ਤੋਂ ਬਾਅਦ 1947 ਤੋਂ ਲੈ ਕੇ ਅਗਰ 2021 ਲਾਈਏ 72-73 ਸਾਲ ਹੋ ਗਏ ਆ, ਇੰਡਸਟਰੀ ਨੇ ਸਰਕਾਰਾਂ ਨੂੰ ਦਿੱਤਾ ਵਾ। ਪਰ ਜਦੋਂ ਇੱਕ ਟਾਈਮ ਆਇਆ ਕਿ ਜਦੋਂ ਇੰਡਸਟਰੀ ਨੂੰ ਲੋਕਡਾਊਨ ਕਰ ਦਿੱਤਾ ਗਿਆ, ਕਰਫਿਊ ਲਗਾ ਕੇ ਬੰਦ ਕਰ ਦਿੱਤਾ ਗਿਆ, ਲੇਬਰ ਭੱਜ ਗਈ, ਤੇ ਸਰਕਾਰਾਂ ਉਸ ਵੇਲੇ ਇੰਡਸਟਰੀ ਨੂੰ ਲੁੱਟਣ ਲਈ ਨਵਾਂ ਮੌਕਾ ਬਣਾ ਲਿਆ ਕਿ ਇਹਨਾਂ ਨੂੰ ਲੁੱਟ ਲਓ। ਕਿਸੇ ਪ੍ਰੋਵੀਡੈਂਟ ਫੰਡ ਦੇ ਵਿੱਚ, ਕਿਸੇ ESI ਦੇ ਵਿੱਚ ਕੋਈ ਕਟੌਤੀ ਨਹੀਂ ਕੀਤੀ, ਬਲਕਿ ਉਸ ਪੀਰੀਅਡ ਦੇ ਵਿੱਚ ਇੰਡਸਟਰੀ ਨੂੰ ਵੱਡੇ ਜੁਰਮਾਨੇ ਲਾ ਕੇ ਬੰਦ ਟਾਈਮ ਦੇ ਵੀ ਫਿਕਸ ਚਾਰजेस ਬਿਜਲੀ ਦੇ ਲਏ ਗਏ, ਤੇ ਤਾਂ ਕਿ ਇੰਡਸਟਰੀ ਦਾ ਜਿਹੜਾ ਸਰਵਾਈਵਲ ਆ ਉਹ ਖਤਮ ਹੋ ਜਾਵੇ ਤੇ ਜਿਹੜੀ ਇੰਡਸਟਰੀ ਆ ਡਾਇਨਾਸੌਰ ਵਾਂਗੂ ਅਲੋਪ ਹੋ ਜਾਵੇ।
ਤੇ ਗੱਲਬਾਤ ਕਰਾਂਗੇ ਰਾਜੀਵ ਜੈਨ ਜੀ ਨਾਲ। ਜੈਨ ਸਾਹਿਬ, ਜਿੱਦਾਂ ਕਿ ਕੁਲਾਰ ਸਾਹਿਬ ਨੇ ਦੱਸਿਆ ਕਿ ਅਸੀਂ ਆਵਾਜ਼ਾਂ ਚੱਕ ਰਹੇ ਹਾਂ, ਤੁਹਾਡਾ ਕੀ ਕਹਿਣਾ ਹੈ ਕਿ ਕਿਸਾਨਾਂ ਦੇ ਤਾਂ ਚਲੋ ਆਵਾਜ਼ ਤਾਂ ਨਹੀਂ ਸੁਣੀ ਜਾ ਰਹੀ ਕਿਉਂਕਿ ਉਹਨਾਂ ਦੇ ਤਾਂ ਜਿਹੜਾ ਕਿਹਾ ਜਾ ਰਿਹਾ ਇਸ ਪਰ ਕਿਸਾਨ ਕਿ 3 ਕਾਨੂੰਨ ਥੋਪੇ ਗਏ ਆ, ਇੱਥੇ ਤਾਂ ਕੋਈ ਕਾਨੂੰਨ ਵੀ ਨਹੀਂ ਬਣਿਆ, ਰॉ ਮਟੀਰੀਅਲ ਵਧਣ ਦੀ ਗੱਲ ਹੋ ਰਹੀ ਹੈ। ਤੁਸੀਂ ਲੋਕੀ ਪਹਿਲਾਂ ਜਿਹਦੇ ਡੈਡੀਕੇਸ਼ਨ ਨਾਲ, ਡਿਟਰਮੀਨੇਸ਼ਨ ਨਾਲ ਆਵਾਜ਼ਾਂ ਚੱਕਦੇ ਸੀ ਇੰਡਸਟਰੀ ਲਈ, ਜਿਹਦੇ ਕਰਕੇ ਇੰਡਸਟਰੀ ਦਾ ਇਹ ਕਹਿਣਾ ਹੈ ਕਿ ਜਿਹਦੇ ਕਰਕੇ ਤੁਹਾਨੂੰ ਮਤਲਬ ਅਲੱਗ-ਅਲੱਗ ਡੈਜ਼ਿਗਨੇਸ਼ਨ ਵੀ ਦਿੱਤੇ ਗਏ, ਅੱਜ ਤੁਸੀਂ ਉਹ ਰਿਪਰੈਜ਼ੈਂਟੇਸ਼ਨਾਂ ਹੀ ਕਰਨੀਆਂ ਭੁੱਲ ਗਏ ਜਾਂ ਤੁਸੀਂ ਕਰਦੇ ਨਹੀਂ ਪਏ, ਕੀ ਰੀਜ਼ਨ ਹੈ? ਨਹੀਂ ਸੰਦੀਪ ਜੀ, ਮੈਂ ਇਸ ਗੱਲ ਤੋਂ ਤੁਹਾਡੇ 'ਤੇ ਇਤਫਾਕ ਨਹੀਂ ਰੱਖਾਂਗਾ। ਰਿਪਰੈਜ਼ੈਂਟੇਸ਼ਨਾਂ ਤਾਂ ਰੈਗੂਲਰ ਜਾ ਰਹੀਆਂ, ਅਸੀਂ ਇਹ ਨਹੀਂ ਕਹਿੰਦੇ ਨਹੀਂ ਜਾ ਰਹੀਆਂ, ਅਸੀਂ ਤਾਂ ਟਾਈਮ ਟੂ ਟਾਈਮ ਜਿੰਨੇ ਜੋ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਸਰਕਾਰ ਨੂੰ ਹਿਲਾਉਂਦੇ ਵੀ ਹਾਂ। ਅਸੀਂ ਦਿੱਲੀ ਵੀ ਜਾਂਦੇ ਰਹੇ ਹਾਂ, ਮਿਨਿਸਟਰੀ 'ਚ ਵੀ ਮਿਲਦੇ ਰਹੇ ਹਾਂ ਵੀ ਜੀ ਕਹਿੰਦੇ ਸਾਡੀਆਂ ਆਵਾਜ਼ ਸੁਣੀ ਜਾਵੇ। ਬਟ ਲੇਕਿਨ ਜਿਵੇਂ ਸਰਕਾਰ ਨੇ ਮਿੱਥਿਆ ਹੋਇਆ ਹੈ, ਕਿਉਂਕਿ ਸਾਡੀ ਬਾਈਸਿਕਲ ਇੰਡਸਟਰੀ ਛੋਟੀ ਹੈ, ਗਰੀਬ ਦੀ ਸਵਾਰੀ ਹੈ, ਉਹ ਮਿੱਥਿਆ ਹੋਇਆ ਜਿਵੇਂ ਕਿ ਇਹਨਾਂ ਨੂੰ ਤਾਂ ਕੁਝ ਦੇਣਾ ਹੀ ਨਹੀਂ। ਇਹ ਤਾਂ ਛੋਟੇ ਬੰਦੇ ਨੇ ਜਿਹੜੇ ਕਾਰਾਂ ਵਾਲੇ ਨੇ ਜਾਂ ਵੱਡੀਆਂ ਗੱਡੀਆਂ ਵਾਲੇ ਨੇ, ਉਹਨਾਂ ਨੂੰ ਆਟੋ ਸੈਕਟਰ ਨੂੰ ਦਿਓ, ਇਹਨਾਂ ਨੂੰ ਨਜ਼ਰਅੰਦਾਜ਼ ਕਰ ਦਿਓ। ਚਾਹੇ ਅਸੀਂ ਛੋਟੇ ਜ਼ਰੂਰ ਹਾਂ, ਲੇਕਿਨ ਜਿਹੜੀ ਸਾਡੇ ਇੱਥੇ ਜਿੰਨੀ ਕੁ ਲੇਬਰ ਕੰਮ ਕਰਦੀ ਹੈ, ਜਿਵੇਂ ਅਸੀਂ ਬਾਈਸਿਕਲ ਇੰਡਸਟਰੀ ਦਾ ਹੀ ਕੰਮ ਲਾ ਲਈਏ, ਮੋਰ ਦੈਨ 5 ਤੋਂ 7 ਲੱਖ ਬੰਦਾ ਅਸੀਂ ਇਸ ਇੰਡਸਟਰੀ ਨਾਲ ਇੱਥੇ ਜੁੜਿਆ ਹੋਇਆ। ਲੁਧਿਆਣੇ ਸ਼ਹਿਰ ਦੀ ਮੈਂ ਗੱਲ ਕਰਾਂ ਤਾਂ, ਅਤੇ ਅਸੀਂ ਉਹਨਾਂ ਨੂੰ ਰੋਜ਼ਗਾਰ ਦਿੰਦੇ ਹਾਂ। ਜਦੋਂ ਸਮੌਲ ਸਕੇਲ ਇੰਡਸਟਰੀ ਇੰਨੇ ਬੰਦਿਆਂ ਨੂੰ ਰੋਜ਼ਗਾਰ ਦਿੰਦੀ ਹੈ ਅਤੇ ਇੰਨਾ ਕੁਛ ਜਿਹੜੀਆਂ ਛੋਟੀਆਂ ਆਈਟਮਾਂ ਪ੍ਰੋਡਿਊਸ ਹੋ ਕੇ ਉਹ ਵੱਡੇ ਘਰਾਂ ਨੂੰ ਜਾਂਦੀਆਂ, ਜਦੋਂ ਇਹੀ ਨਹੀਂ ਬਚਣਗੀਆਂ ਤਾਂ ਵੱਡੀਆਂ ਇੰਡਸਟਰੀਆਂ ਕਿਵੇਂ ਬਚਣਗੀਆਂ? ਮੈਂ ਇੱਕ ਛੋਟਾ ਜਿਹਾ ਉਦਾਹਰਨ ਹੈ, ਜਿਵੇਂ ਹੁਣ ਅੱਜ ਦੀ ਡੇਟ ਸਰਕਾਰ ਕਹਿੰਦੀ ਹੈ ਵੀ GST ਕਲੈਕਸ਼ਨ ਹੈ। ਜੇ GST ਕਲੈਕਸ਼ਨ 1.25 ਲੱਖ ਕਰੋੜ ਇੱਕ ਮਹੀਨੇ ਦੀ ਆ ਰਹੀ ਹੈ, ਜੇ ਥੱਲੋਂ ਦੀ ਅਸੀਂ ਕੰਮ ਕਰਕੇ ਜਿਵੇਂ ਵੀ ਜ਼ੋਰ ਲਗਾ ਕੇ ਵੱਡੀ ਇੰਡਸਟਰੀ ਨੂੰ ਫੀਡ ਕਰ ਰਹੇ ਹਾਂ ਤਾਂ ਹੀ ਆ ਰਹੀ ਹੈ ਨਾ। ਲੇਕਿਨ ਅਗਰ ਤੁਸੀਂ ਕਿੰਨੀ ਦੇਰ ਤੱਕ, ਜਦੋਂ ਤੁਸੀਂ ਰॉ ਮਟੀਰੀਅਲ ਪ੍ਰਾਈਸਿਸ ਇੰਕਰੀਜ਼ ਕਰਦੇ ਹੋਗੇ, ਤੁਸੀਂ ਚਾਹੇ ਉਹ ਸਟੀਲ ਹੈ, ਚਾਹੇ ਉਹ ਪਲਾਸਟਿਕ ਹੈ, ਚਾਹੇ ਕੋਈ ਬੇਸਿਕ ਮਟੀਰੀਅਲ ਹੈ, ਕਿੰਨੀ ਕੁ ਦੇਰ ਅਸੀਂ ਆਪਣੀ ਜੇਬਾਂ ਤੋਂ ਪਾ ਕੇ ਇੰਡਸਟਰੀ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ? ਐਂਡ ਆਫ ਦੀ ਡੇ ਸਾਡੇ ਨਾਲ ਕੀ ਹੋਊਗਾ? ਸਾਡੀਆਂ ਵਜੂਦ ਖਤਮ ਹੋ ਜਾਏਗਾ, ਵਾਈਪ ਅਪ ਹੋ ਜਾਏਗੀ ਇੰਡਸਟਰੀ ਸਾਰੀ, ਬੇਰੁਜ਼ਗਾਰੀ ਵੱਧ ਜਾਊਗੀ, ਲੁੱਟਮਾਰ ਵੱਧ ਜਾਊਗੀ ਇਸ ਚੀਜ਼ ਦੇ ਵਿੱਚ। ਤਾਂ ਸਾਡੀ ਇਹੀ ਹੈ ਵੀ ਅਸੀਂ ਰਿਪਰੈਜ਼ੈਂਟੇਸ਼ਨਸ ਬਹੁਤ ਦੇ ਰਹੇ ਹਾਂ, ਅਸੀਂ ਹਰ ਬੂਹਾ ਖੜਕਾ ਰਹੇ ਹਾਂ, ਹਰ ਬੰਦਿਆਂ ਨੂੰ ਖੜਕਾ ਰਹੇ ਹਾਂ ਵੀ ਨਹੀਂ ਜੀ, ਸਾਨੂੰ ਸਾਡੀ ਇੰਡਸਟਰੀ ਨੂੰ ਕੰਦੇ ਕੀਤਾ ਜਾਵੇ, ਪ੍ਰੋਪਰਲੀ ਹੈਂਡਲ ਕੀਤਾ ਜਾਵੇ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਰਕਾਰਾਂ ਤਾਨਾਸ਼ਾਹੀ ਹੋ ਚੁੱਕੀਆਂ, ਬਿਲਕੁਲ ਇੰਡਸਟਰੀ ਤੇ ਟ੍ਰੇਡ ਦੀ ਆਵਾਜ਼ ਹੀ ਨਹੀਂ ਸੁਣ ਰਹੀ। ਦੇਖੋ ਜੀ, ਅੱਜ ਦੇ ਜੋ ਪੈਂਡੈਮਿਕ ਜੋ ਚੱਲ ਰਿਹਾ, ਜਿਵੇਂ ਅੱਜ ਦੇ ਮਾਹੌਲ ਤਾਂ ਇਹੀ ਲੱਗ ਰਿਹਾ ਕਿ ਸਮੌਲ ਸਕੇਲ ਇੰਡਸਟਰੀ ਜਿਹੜੀ MSME ਇੰਡਸਟਰੀ ਹੈ ਉਹਦੀ ਤਾਂ ਬਿਲਕੁਲ ਨਹੀਂ ਸੁਣ ਰਹੀ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ। ਜਿੰਨਾ ਮਰਜ਼ੀ ਤੁਸੀਂ ਜ਼ੋਰ ਲਗਾ ਲਓ, ਕੋਈ ਸੁਣਵਾਈ ਨਹੀਂ ਹੈਗੀ। ਅੱਜ ਦਾ ਦੌਰ ਤਾਂ ਇਹੀ ਚੱਲ ਰਿਹਾ, ਚਾਹੇ ਉਹ ਰਾਜ ਸਰਕਾਰ ਹੈ, ਚਾਹੇ ਉਹ ਸੈਂਟਰ ਸਰਕਾਰ ਹੈ, ਉਹਨਾਂ ਦੀ ਕੋਈ ਸਾਡੇ ਪ੍ਰਤੀ ਕੋਈ ਸਹਾਨੂਭੂਤੀ ਨਹੀਂ ਹੈ ਵੀ ਤੁਹਾਨੂੰ ਅਸੀਂ ਕੋਈ ਚੀਜ਼, ਕੋਈ ਸਬਸਿਡੀਜ਼ ਚੱਲਦੀਆਂ ਸੀਗੀਆਂ, ਉਹਨਾਂ ਨੇ ਉਹ ਵੀ CLCSS ਚੱਲਦੀ ਸੀ, ਉਹ ਵੀ ਬੰਦ ਕਰਤੀ। ਜਿਹੜੇ ਇੰਟਰਸਟ ਕੇ ਸੀਗੇ, ਅਸੀਂ ਬਿਲਕੁਲ ਕਲੀਅਰਲੀ ਕਿਹਾ ਸੀ ਵੀ ਸਾਡੀ ਛੋਟੀ ਇੰਡਸਟਰੀ ਹੈ, ਸਾਨੂੰ ਮੋਨੀਟੋਰੀਅਮ ਨਹੀਂ ਚਾਹੀਦਾ, ਸਾਨੂੰ ਵੇਵ ਆਫ ਦੀ ਇੰਟਰਸਟ ਚਾਹੀਦਾ। ਇਹਦਾ ਕੀ ਮਤਲਬ ਹੋਇਆ ਕਿ ਸਾਨੂੰ ਤੁਸੀਂ ਅੱਜ ਨਾ ਲਿੱਤਾ, 4 ਮਹੀਨੇ ਬਾਅਦ 6 ਮਹੀਨਿਆਂ ਬਾਅਦ ਦੁਬਾਰਾ ਫਿਰ ਇੰਟਰਸਟ ਲੈ ਲਿਆ। ਸੋ ਸਾਨੂੰ, ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ, ਉਵੇਂ ਦੇ ਉਵੇਂ ਚੱਲੀ ਜਾਂਦੇ ਆ, ਅਸੀਂ ਭਰੀ ਜਾਂਦੇ ਆ ਕਿਸ਼ਤਾਂ, ਸਾਡੇ ਲੋਨਸ ਵਧੀ ਜਾਂਦੇ ਨੇ, ਸਾਡੇ ਤੇ ਕਰਜ਼ੇ ਵਧੀ ਜਾਂਦੇ ਨੇ। ਅਸੀਂ ਹੌਲੀ ਹੌਲੀ ਕੀ ਹੋਊਗਾ, ਕੁਸ਼ਤੀਆਂ ਡੁੱਬ ਜਾਣਗੀਆਂ, ਇੰਡਸਟਰੀ ਬੰਦ ਹੋ ਜਾਏਗੀ। ਇਹੀ ਪਰ ਤੁਸੀਂ ਉਹੀ ਤਾਂ ਅਸੀਂ ਇੰਡਸਟਰੀ ਟ੍ਰੇਡ, ਜਿਵੇਂ ਤੁਸੀਂ ਪ੍ਰਧਾਨ ਹੋ ਜਾਂ ਹੋਰ ਡੈਜ਼ਿਗਨੇਸ਼ਨਾਂ 'ਤੇ ਬੈਠੇ ਆ, ਆਪਾਂ ਵਾਈਸ ਪ੍ਰਧਾਨ ਬੈਠੇ ਆ, ਅਲੱਗ-ਅਲੱਗ ਡੈਜ਼ਿਗਨੇਸ਼ਨਾਂ 'ਤੇ ਬੈਠੇ ਆ, ਅਤੇ ਤੁਸੀਂ ਮੈਂ ਪੜ੍ਹਦਾ ਪਿਆ ਪਿੱਛੇ ਹਜੇ ਵੀ ਤੁਸੀਂ ਲਿਖਿਆ ਫਿੱਕੋ IMSME ਆਫ ਇੰਡੀਆ। ਸੋ ਤੁਹਾਡਾ ਤਾਂ ਫਿੱਕੋ IMSME ਆਫ ਇੰਡੀਆ, ਤੁਹਾਡਾ ਤਾਂ ਨੇਤਰਵਤ ਸੈਂਟਰ 'ਚ ਵੀ ਹੈਗਾ, ਅਤੇ ਤੁਹਾਡੇ ਇੰਨੀ ਵੱਡੇ ਐਸੋਸੀਏਸ਼ਨ ਬਣਾਉਣ ਦੇ, ਸੰਗਠਨ ਬਣਾਉਣ ਦੇ, ਕੀ ਤੁਹਾਡੀਆਂ ਗੱਲਾਂ ਸੁਣੀਆਂ ਹੀ ਨਹੀਂ ਜਾਂਦੀਆਂ, ਬਿਲਕੁਲ ਇਗਨੋਰ ਕੀਤੀਆਂ ਜਾਂਦੀਆਂ? ਇਸ ਵੇਲੇ ਤਾਂ ਬਿਲਕੁਲ ਜਿਹੜੀ ਕੇਂਦਰ ਸਰਕਾਰ ਆ ਔਰ ਪੰਜਾਬ ਸਰਕਾਰ ਆ, ਉਹ ਤਾਨਾਸ਼ਾਹੀ ਰਵੱਈਏ ਦੇ ਉੱਤੇ ਆ। ਸਰਕਾਰਾਂ ਨੂੰ ਇਉਂ ਲੱਗ ਰਿਹਾ ਕਿ ਜਿਹੜੀ ਸਾਈਕਲ ਇੰਡਸਟਰੀ ਆ ਨਾ ਜੀ, ਇਹ ਪਤਾ ਨਹੀਂ ਇੱਕ ਕਾਰ ਤੋਂ ਜਿੰਨਾ ਰੈਵਨਿਊ ਆ ਜਾਣਾ ਵਾ, ਉਹਨਾਂ 5000 ਸਾਈਕਲ ਤੋਂ ਨਹੀਂ ਆਉਣਾ। ਅਤੇ ਜਿਹੜੀ ਸਾਈਕਲ ਇੰਡਸਟਰੀ ਆ ਉਹਨੂੰ ਨਿਗਲੈਕਟਡ ਇੰਡਸਟਰੀ ਦੇ ਵਿੱਚ ਰੱਖਿਆ ਹੋਇਆ, ਜਦ ਕਿ ਸਾਈਕਲ ਇੰਡਸਟਰੀ ਨੂੰ ਪ੍ਰਾਇਓਰਿਟੀ ਸੈਕਟਰ ਦੇ ਵਿੱਚ ਰੱਖਣਾ ਚਾਹੀਦਾ ਸੀ। ਇਹ ਇੰਡਸਟਰੀ ਜਿੱਥੇ ਕੋਵਿਡ ਦੇ ਟਾਈਮ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਵਿੱਚ ਇਹਨੇ ਰੋਲ ਅਦਾ ਕੀਤਾ, ਉੱਥੇ ਫਿਊਲ, ਫੋਰਨ ਐਕਸਚੇਂਜ, ਸਾਡੀ ਹੈਲਥ ਨੂੰ, ਜਿਹੜਾ ਸਾਨੂੰ ਹੈਲਦੀ ਰੱਖਣ ਵਾਸਤੇ ਜਿਹੜਾ ਸਾਈਕਲ ਚਲਾਉਣਾ ਬਹੁਤ ਜ਼ਰੂਰੀ ਆ। ਔਰ ਇਹ ਚੀਜ਼ਾਂ ਦੇ ਵਿੱਚ ਸਾਈਕਲ ਇੱਕ ਮਲਟੀ ਯੂਟਿਲਿਟੀ ਵਹੀਕਲ ਬਣ ਕੇ ਬਾਹਰ ਨਿਕਲਿਆ ਸੀ। ਪਰ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਟੈਕਸਟਾਈਲ ਇੰਡਸਟਰੀ ਨੂੰ 40 ਕਰੋੜ ਦੀ ਸਪੋਰਟ ਦੇ ਉੱਤੇ 15% ਜਿਹੜੀ ਸਬਸਿਡੀ ਦਿੱਤੀ ਸੀ, ਕੈਪੀਟਲ ਸਬਸਿਡੀ, ਅਤੇ ਜਿਹਨੂੰ 6 ਕਰੋੜ ਰੁਪਇਆ ਮਿਲ ਜਾਂਦਾ, ਉਹ ਆਪਣੀ ਡਿਵੈਲਪਮੈਂਟ ਕਰ ਸਕਦਾ। ਜਿਹੜੀ ਸਾਈਕਲ ਇੰਡਸਟਰੀ ਹੈ ਵੈਰੀ ਲੋ ਵੈਲਿਊ ਐਡੀਸ਼ਨ ਇੰਡਸਟਰੀ ਆ,
ਤੇ ਸਰਕਾਰਾਂ ਨੂੰ ਇਸ ਇੰਡਸਟਰੀ ਨੂੰ ਜੇਕਰ ਪ੍ਰਾਇੋਰਟੀ ਸੈਕਟਰ ਦੇ ਵਿੱਚ ਲੈਂਦੇ, ਅੱਜ ਅਸੀਂ 3000 ਰੁਪਏ ਦੇ ਸਾਈਕਲ ਤੱਕ ਸੀਮਤ ਰਹਿ ਗਏ ਹਾਂ ਰੋਡਸਟਰ ਮਾਡਲ, ਜਦ ਕਿ ਜਿਹੜੇ ਦੂਸਰੇ ਸਾਈਕਲ 10-12 ਹਜ਼ਾਰ। ਅੱਜ ਝਾਤੀ ਮਾਰੀਏ ਚਾਈਨਾ, ਜਾਪਾਨ, ਤਾਈਵਾਨ, ਵੀਅਤਨਾਮ, ਜਿਹੜੇ ਅਪਰੋਕਸੀਮੇਟਲੀ 50,000 ਤੋਂ ਲੈ ਕੇ 30 ਲੱਖ ਤੱਕ ਦਾ ਸਾਈਕਲ ਬਣਾਉਂਦੇ ਆ। ਕਿੰਨੀ ਵੈਲਿਊ ਐਡੀਸ਼ਨ ਹੋਊਗੀ। ਮਰਸੀਡੀਜ਼ ਕੰਪਨੀ, ਸਾਡੀ ਸੋਚ ਹੀ ਉੱਥੇ ਤੱਕ ਨਹੀਂ ਜਾਂਦੀ। ਸਾਡੀ ਸੋਚ ਹਜੇ ਤੱਕ, ਸਾਡੇ ਕੋਲ ਟੈਕਨੋਲੋਜੀ ਹੀ ਨਹੀਂ, ਸਾਡੇ ਕੋਲ ਉਹ ਰॉ ਮਟੀਰੀਅਲ ਹੀ ਨਹੀਂ ਹੈਗਾ। ਤੇ ਸਾਨੂੰ ਜੇਕਰ ਇੰਡੀਆ ਦੇ ਵਿੱਚ ਰॉ ਮਟੀਰੀਅਲ, ਕਹਿ ਰਹੇ ਹੋ ਕਿ ਰॉ ਮਟੀਰੀਅਲ ਆਇਰਨ ਓਰ ਦੀ ਇੱਥੇ ਕਮੀ ਹੈ ਨਹੀਂ, ਆਇਰਨ ਓਰ ਇੱਥੇ ਦਾ ਹੀ ਹੈਗਾ, ਐਕਸਪੋਰਟ ਕਰ ਰਹੇ ਆ। ਅੱਜ ਇਹਨਾਂ ਨੂੰ ਇੰਟਰਨੈਸ਼ਨਲ ਮਾਰਕੀਟ ਦਿਖ ਰਹੀ ਆ। ਜਦੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਰੇਟ ਘਟ ਜਾਂਦਾ ਵਾ ਤਾਂ ਇਹਨਾਂ ਨੂੰ ਡੋਮੈਸਟਿਕ ਮਾਰਕੀਟ ਦਿਖਣ ਲੱਗ ਜਾਂਦੀ ਆ। ਪਰ ਇਹ ਮੈਂ ਕਾਰਟਲ ਜਿਹੜੀਆਂ ਸਟੀਲ ਕੰਪਨੀਆਂ ਦਾ ਕਾਰਟਲ ਬਣਿਆ ਹੋਇਆ, ਮੈਂ ਜਿੱਥੇ ਇਹਨਾਂ ਨੂੰ ਚੇਤਾਵਨੀ ਦਿੰਦਾ ਵਾ, ਉੱਥੇ ਇਹਨਾਂ ਨੂੰ ਇੱਕ ਗੱਲ ਕਹਿਣਾ ਕਿ ਛੋਟੀ ਇੰਡਸਟਰੀ ਦੇ ਉੱਤੇ ਰਹਿਮ ਕਰੋ। ਜੇ ਛੋਟੀ ਇੰਡਸਟਰੀ ਬੰਦ ਹੋ ਗਈ, ਤੁਹਾਡਾ ਕਿਸੇ ਨੇ ਸਟੀਲ ਵੀ ਨਹੀਂ ਲੈਣਾ। ਇਹ ਸਟੀਲ ਤੁਹਾਡਾ ਵਿਕਣਾ ਨਹੀਂ ਹੈਗਾ। ਮੈਂ ਉਹਨਾਂ ਨੂੰ ਚੇਤਾਵਨੀ ਦੇ ਰਿਹਾ ਕਿ ਤੁਸੀਂ ਕਿਰਪਾ ਕਰਕੇ ਇਸ ਸਟੀਲ ਨੂੰ, ਜਿਹੜਾ ਸਟੀਲ ਦਾ ਰੇਟ ਬੇਹਤਾਸ਼ਾ ਅਨਨੈਸੈਸਰੀ, ਅੱਜ ਕੋਵਿਡ ਦਾ ਟਾਈਮ, ਰਿਟੇਲ ਬੰਦ ਪਈ ਆ, ਬੰਦ ਹੋਣ ਦੇ ਬਾਵਜੂਦ, ਡਿਮਾਂਡ ਨਾ ਹੋਣ ਦੇ ਬਾਵਜੂਦ ਪ੍ਰਾਈਸਿਸ ਵਧਾਏ ਜਾ ਰਹੇ ਆ। ਇਹ ਸਿਰਫ ਇੱਕੋ ਕਿ ਲੁੱਟੋ ਔਰ ਕੁੱਟੋ ਛੋਟੀ ਇੰਡਸਟਰੀ ਨੂੰ। ਤੇ ਅਸੀਂ ਇਹਦੇ ਨਾਲ ਕਿੰਨੀ ਦੇਰ ਤੱਕ ਸਹਿਣ ਕਰਾਂਗੇ। ਜੇਕਰ ਛੋਟੀ ਇੰਡਸਟਰੀ ਸੜਕਾਂ ਦੇ ਉੱਤੇ ਆ ਗਈ ਤਾਂ ਜਿਹੜੀ ਇਹ ਸਟੀਲ ਕੰਪਨੀਆਂ ਵਾ, ਇਹਨਾਂ ਦਾ ਮਾਲ ਵਿਕਣਾ ਬੰਦ ਹੋ ਜਾਊਗਾ। ਸਟੀਲ ਕੰਪਨੀਆਂ ਨੂੰ ਛੋਟੀ ਇੰਡਸਟਰੀ ਵੱਲ ਧਿਆਨ ਦੇਣ ਦੀ ਲੋੜ ਆ। ਔਰ ਇਹ ਜਿਹੜੀ ਛੋਟੀ ਇੰਡਸਟਰੀ ਆ, ਇਸ ਨੇ ਵੱਡੀਆਂ ਸਟੀਲ ਕੰਪਨੀਆਂ ਨੂੰ ਚਲਾਇਆ, ਕਿਉਂਕਿ ਇੱਕ ਟਨ ਮਟੀਰੀਅਲ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਛੋਟੀਆਂ ਕੰਪਨੀਆਂ ਨੇ, ਜਿਹੜੀਆਂ ਇਹ ਸਟੀਲ ਕੰਪਨੀਆਂ, ਚਾਹੇ SR ਦੀ ਗੱਲ ਕਰੀਏ, ਚਾਹੇ ਸਟੀਲ ਅਥਾਰਟੀ ਆਫ ਇੰਡੀਆ ਦੀ ਗੱਲ ਕਰੀਏ, ਚਾਹੇ ਟਾਟਾ ਸਟੀਲ ਦੀ ਗੱਲ ਕਰੀਏ। ਅੱਜ ਦੇਖੋ 3 ਦਿਨ ਪਹਿਲਾਂ ਨਿਊਜ਼ਪੇਪਰ ਦੇ ਵਿੱਚ ਆਇਆ 49,000 ਕਰੋੜ ਰੁਪਈਆ ਇਹਨਾਂ ਨੇ ਆਪਣਾ ਡੈਟ ਵਾਪਸ ਕਰਤਾ ਬੈਂਕਾਂ ਨੂੰ। ਦੂਸਰੀ ਕੰਪਨੀ ਨੇ 55,000 ਕਰੋੜ ਕਰਤਾ। ਇੰਨਾ ਕੀ ਇਹ 6 ਮਹੀਨੇ ਦੇ ਵਿੱਚ ਕਿ ਇਹਨਾਂ ਦੇ ਕੋਲ ਇੰਨਾ ਪ੍ਰੋਫਿਟ ਜ਼ਿਆਦਾ ਆ ਗਿਆ, ਕਿਉਂਕਿ ਇਹ ਇਹਨਾਂ ਦਾ ਕੰਮ ਸੀ ਕਿ ਇਸ ਕਰੋਨਾ ਮਹਾਮਾਰੀ ਦੇ ਟਾਈਮ ਦੇ ਵਿੱਚ ਛੋਟੀ ਇੰਡਸਟਰੀ ਨੂੰ ਕੁੱਟੋ ਔਰ ਲੁੱਟੋ। ਤੇ ਜੈਨ ਸਾਹਿਬ ਤੁਸੀਂ ਕੀ ਕਹੋਗੇ? ਦੇਖੋ ਇੱਦਾਂ ਹੈ ਕਿ ਇਹ ਗੱਲ ਬਿਲਕੁਲ ਸਹੀ ਕਹੀ ਹੈ ਗੁਰਮੀਤ ਜੀ ਨੇ। ਅਸੀਂ ਜਦੋਂ ਰਿਪਰੈਜ਼ੈਂਟੇਸ਼ਨ ਦਿੱਤੀ ਸਰਕਾਰ ਕੋਲ ਮਿਲੇ ਵੀ ਤੁਸੀਂ ਚਾਈਨਾ ਦੇ ਇੰਪੋਰਟ ਤੇ ਬੈਨ ਲਾਓ, ਤਾਂ ਸਾਨੂੰ ਇਹ ਗੱਲ ਕਹੀ ਗਈ ਕਿ ਅਸੀਂ WTO ਦੇ ਅੰਡਰ ਆਉਂਦੇ ਹਾਂ, ਇਸ ਲਈ ਅਸੀਂ ਬੈਨ ਨਹੀਂ ਲਾ ਸਕਦੇ, ਇਹ ਓਪਨ ਮਾਰਕੀਟ ਹੈ। ਜੇ ਉਹ ਓਪਨ ਮਾਰਕੀਟ ਹੈ ਤੇ ਫਿਰ ਸਟੀਲ ਵੀ ਤਾਂ ਓਪਨ ਮਾਰਕੀਟ ਹੈ। ਤੁਸੀਂ ਇੰਪੋਰਟ ਆਫ ਸਟੀਲ ਨੂੰ ਖੋਲ੍ਹੋ, ਤੁਸੀਂ ਕੋਈ ਕਿਉਂ ਨਹੀਂ ਖੋਲ੍ਹਦੇ? ਉੱਥੇ ਤੁਸੀਂ ਰਿਸਟ੍ਰਿਕਸ਼ਨਾਂ ਲਾਤੀਆਂ। ਇੰਪੋਰਟ ਆਫ ਸਟੀਲ ਤੁਸੀਂ ਕਰਨ ਨਹੀਂ ਦਿੰਦੇ, ਐਕਸਪੋਰਟ ਤੁਸੀਂ ਕਰੀ ਜਾਂਦੇ ਹੋ। ਔਰ ਆਪਣੇ ਘਰ ਦਾ ਜਿੰਨਾ ਤੁਹਾਡਾ ਸਰਮਾਇਤ ਹੈਗਾ, ਬੰਦੇ ਹੈਗੇ ਆ, ਉਹਨਾਂ ਨੂੰ ਤੁਸੀਂ ਸਪਲਾਈ ਕਰੋ ਨਾ। ਤੁਸੀਂ ਸਰਪਲਸ ਮਟੀਰੀਅਲ ਸਪਲਾਈ ਕਰੋ, ਜਿੰਨਾ ਤੁਹਾਡੇ ਕੋਲ ਸਰਪਲਸ ਬਚਦਾ ਉਹਨੂੰ ਐਕਸਪੋਰਟ ਕਰੋ, ਨਾ ਕਿ ਪਹਿਲਾਂ ਐਕਸਪੋਰਟ ਕਰੋ, ਬਚੇ ਖੁਚੇ ਨੂੰ ਤੁਸੀਂ ਹਿੰਦੁਸਤਾਨ ਦਿਓ ਵਧੇ ਰੇਟਾਂ 'ਤੇ। ਸੋ ਸਾਡੀ ਇਹ ਬਿਲਕੁਲ ਕਹਿੰਦੇ ਜ਼ੋਰਦਾਰ ਪੁਰਦਾਰ ਕਹਿੰਦੇ ਸਰਕਾਰ ਨੂੰ ਰਿਕੁਐਸਟ ਵੀ ਹੈ, ਚੇਤਾਵਨੀ ਵੀ ਹੈ ਕਿ ਤੁਸੀਂ ਇਹ ਨਾ ਕਰੋ ਕਿ ਜਿਵੇਂ ਕਿਸਾਨ ਸੜਕਾਂ 'ਤੇ ਬੈਠੇ ਹੋਏ ਨੇ 6 ਮਹੀਨੇ ਹੋ ਗਏ, ਕੱਲ੍ਹ ਨੂੰ ਸਾਰੀ ਇੰਡਸਟਰੀ ਵੀ ਸੜਕਾਂ 'ਤੇ ਆ ਕੇ ਬਹਿ ਜਾਵੇ, ਤੁਹਾਡੀ ਸਪੈਸ਼ਲੀ MSME ਇੰਡਸਟਰੀ, ਕਿਉਂਕਿ ਮਰਤਾ ਕਿਆ ਨਹੀਂ ਕਰਤਾ। ਕਾਲੇ ਕਾਨੂੰਨ ਜਿਹੜੇ ਨੇ ਇਹ ਵਾਪਸ ਲਓ, WTO ਖੋਲ੍ਹੋ, ਜਾਂ ਤਾਂ WTO ਦਾ ਪਾਲਨ ਕਰੋ ਜਾਂ ਇਹਨੂੰ ਬਿਲਕੁਲ ਬੰਦ ਕਰੋ, ਜਾਂ ਚਾਈਨਾ ਵੀ ਬੰਦ ਕਰ ਦਿਓ ਸਾਰਾ ਕੁਝ। ਫਿੱਕੋ ਦੇ ਪ੍ਰਧਾਨ ਤੇ ਜਨਰਲ ਸੈਕਟਰੀ ਜਿਨ੍ਹਾਂ ਨੇ ਕਲੀਅਰ ਕੱਟ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ, ਇਹਨਾਂ ਨੇ ਕਿਹਾ ਕਿ ਜਿਹੜਾ ਜਾਂ ਤਾਂ WHO ਦੇ ਜਿਹੜੇ WTO ਦੇ ਜਿਹੜੇ ਹੈਗੇ ਆ ਨੋਰਮਸ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਜਾਣਾ ਚਾਹੀਦਾ, ਨਹੀਂ ਤਾਂ ਬਿਲਕੁਲ ਵੀ ਨਾ ਕਰੋ। ਸੋ ਇਹ ਅਲੱਗ-ਅਲੱਗ ਮੁੱਦਿਆਂ 'ਤੇ ਜਿਹੜੇ ਸਟੀਲ ਦੇ ਲਈ ਇਸ ਟਾਈਮ ਪ੍ਰਾਈਸ ਵੱਧ ਰਹੇ ਹੈ, ਉਹਦੇ ਲਈ ਜਿਹੜੀ ਚਿੰਗਾਰੀ ਫੁੱਟਣੀ ਸ਼ੁਰੂ ਹੋ ਗਈ ਹੈ, ਉਹ ਦਿਨ ਦੂਰ ਨਹੀਂ। ਕਿਸਾਨਾਂ ਦੀ ਤਰ੍ਹਾਂ ਜਿਹੜੇ ਇੰਡਸਟਰੀਲਿਸਟ ਹੈ ਉਹ ਵੀ ਸੜਕਾਂ 'ਤੇ ਆ ਜਾਣਗੇ, ਤੇ ਸਰਕਾਰ ਨੂੰ ਸਮੇਂ ਰਹਿੰਦੇ ਸੰਭਾਲਣਾ ਚਾਹੀਦਾ ਹੈ, ਚੇਤਾਵਨੀ ਸਮਝ ਕੇ ਜਿਹੜੀ ਹੈਗੀ ਹੈ ਇਸ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਨੂੰ ਬਚਾਉਣ ਦੇ ਲਈ ਕਦਮ ਚੱਕਣੇ ਚਾਹੀਦੇ ਆ। ਇੱਦਾਂ ਹੀ ਅਲੱਗ-ਅਲੱਗ ਮੁੱਦਿਆਂ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।